फिर असीं उन्हां विचारवानां दी गल पढ़ लईए ਜਿਹੜੇ ਕਹਿੰਦੇ ਨੇ ਵੀ ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਤਾਬਿਆ ਬੈਠਣਾ ਹੋਵੇ। ਮੈਂ ਬੇਨਤੀ ਕੀਤੀ ਹੈ, ਕੋਈ ਵੀ ਬੈਠ ਸਕਦਾ ਹੈ ਜਿਹਨੂੰ ਆਪਣੀ ਹੋਸ਼ ਹੋਵੇ ਤੇ ਸਮਝ ਹੋਵੇ ਵੀ ਮੈਂ ਕਿੱਥੇ ਬੈਠਣ ਲੱਗਾ ਹਾਂ, ਕੋਈ ਵੀ ਬੈਠ ਸਕਦਾ ਹੈ। ਤੇ ਕਿੱਦਾਂ ਉਹਦੇ ਲਾਗੇ ਬੈਠਣਾ ਚਾਹੀਦਾ ਹੈ, ਇਹਦੇ ਕੁਝ ਨਿਯਮ ਸਾਡੇ ਜਿਹੜੇ ਪੁਰਾਣੇ ਵਿਚਾਰਵਾਨ ਸੀ ਨਾ ਉਹਨਾਂ ਨੇ ਦਿੱਤੇ ਨੇ। ਗੁਰਮਤਿ ਮਾਰਤੰਡ ਦੇ ਵਿੱਚ ਤੇ ਭਾਈ ਕਾਹਨ ਸਿੰਘ ਨਾਭਾ ਹੋਣਾ ਨੇ ਬੋਲੇ ਨੇ, ਤੇ ਖਾਸ ਕਰਕੇ ਕਵੀ ਨਿਹਾਲ ਸਿੰਘ ਹੋਣਾ ਦਾ ਉਹਨਾਂ ਨੇ ਨਾਮ ਦਿੱਤਾ ਹੈ। ਇਹ ਸਾਡੇ ਸਾਰਿਆਂ ਲਈ ਜ਼ਰੂਰੀ ਗੱਲ ਹੈ, ਇਸ ਕਰਕੇ ਸਮਝ ਲੈਣੇ। ਉਹ ਕਹਿੰਦੇ ਵੀ ਜਿੰਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਤਾਬਿਆ ਬੈਠਣਾ ਹੈ, ਪਹਿਲਾਂ ਤਾਂ ਉਹਦੀ ਰੋਟੀ 'ਤੇ ਕੰਟਰੋਲ ਹੋਵੇ, ਉਹਦਾ ਰਿਜ਼ਕ 'ਤੇ ਕੰਟਰੋਲ ਹੋਵੇ, ਨਾ ਤਾਂ ਇੰਨਾ ਭੁੱਖਾ ਹੋਵੇ ਵੀ ਉਹਦਾ ਦਿਮਾਗ ਜਿਹੜਾ ਰੋਟੀ ਦੇ ਵਿੱਚ ਹੀ ਚੱਲਦਾ ਰਹੇ, ਤੇ ਨਾ ਇੰਨਾ ਰੱਜਿਆ ਹੋਵੇ ਕਿ ਉਹਦੇ ਕੋਲੋਂ ਬੈਠਾ ਹੀ ਨਾ ਜਾਵੇ। ਇਹ ਦੋਵੇਂ ਗੱਲਾਂ ਨੇ। ਅੰਨ ਕੋ ਬੰਧੇਜ ਬਾਂਧ, ਆਸਣ ਕੋ ਸਾਧ ਬੇਸ਼। ਆਪਣੇ ਟਿਕਾਣੇ ਨੂੰ, ਜਿੱਥੇ ਆਸਣ ਲੱਗਣਾ ਹੈ ਨਾ, ਜਿੱਥੇ ਉਹਨੇ ਬੈਠਣਾ ਹੈ, ਉਹਨੂੰ ਬੜੇ ਤਰੀਕੇ ਨਾਲ ਉਹਨੇ ਸਾਧਿਆ ਹੋਵੇ। ਈਵਨ ਕਿ ਜਿੱਥੇ ਬੈਠਣਾ ਹੈ ਉਹ ਵੀ ਥਾਂ ਚੰਗੀ ਹੋਣੀ ਚਾਹੀਦੀ ਹੈ, ਕੰਫਰਟੇਬਲ ਹੋਣੀ ਚਾਹੀਦੀ ਹੈ। ਉਹ ਥਾਂ ਇੱਦਾਂ ਦੀ ਹੋਵੇ ਕਿ ਉਹਦੇ ਕੋਲੋਂ ਬੈਠਣ ਲੱਗਿਆਂ ਦਿੱਕਤ ਆ ਰਹੀ ਹੈ, ਉਹ ਫਿਰ ਕਦੀ ਇੱਧਰ ਨੂੰ ਪਾਸਾ ਮਾਰੇਗਾ, ਕਦੀ ਇੱਧਰ ਨੂੰ ਪਾਸਾ ਮਾਰੇਗਾ, ਤੇ ਜਿਹਦਾ ਪਾਸਾ ਮਾਰਦਿਆਂ ਸਮਾਂ ਲੰਘ ਗਿਆ, ਪਾਠ ਵੱਲ ਕਿਹੜੇ ਵੇਲੇ ਧਿਆਨ ਦੇਵੇਗਾ। ਇਹ ਬੈਠਣ ਦੀਆਂ ਯੁਗਤਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਕੋਲ। ਅਸੀਂ ਵੀ ਬੈਠਦੇ ਹਾਂ ਤੇ ਮਹਾਰਾਜ ਕਿਰਪਾ ਕਰੇ ਸਾਡੇ ਵਿੱਚ ਵੀ ਲੱਖ ਗਲਤੀਆਂ ਹੋਣਗੀਆਂ, ਪਰ ਸਿੱਖਣ ਲਈ ਬੈਠੇ ਹਾਂ, ਇਸ ਕਰਕੇ ਮੈਂ ਕਹਿ ਦਿਆਂ ਹਾਂ। ਅੰਨ ਕੋ ਬੰਧੇਜ ਬਾਂਧ, ਆਸਣ ਕੋ ਸਾਧ ਬੈਸ, ਗਾਤ ਕੋ ਅਲੋਲ ਸੂਦ ਏਕ ਚਾਲ ਲੀਜੀਏ। ਆਪਣੇ ਸਰੀਰ ਨੂੰ ਇੱਕ ਟੱਕ ਟਿਕਾ ਕੇ ਰੱਖੋ। ਜਿੰਨਾ ਵੀ ਸਮਾਂ ਤੁਸੀਂ ਚੌਕੜਾ ਮਾਰਦੇ ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਦੇ ਵਿੱਚ, ਸੰਗਤ ਦੇ ਵਿੱਚ ਬੈਠਦੇ ਹਾਂ, ਵੈਸੇ ਤਾਂ ਨਿਯਮ ਅਸੀਂ ਭਾਈ ਗੁਰਦਾਸ ਸਾਹਿਬ ਦੇ ਕੋਲੋਂ ਪੜ੍ਹ ਲਏ ਨੇ, ਪਰ ਜਿੰਨਾ ਚਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਤਾਬਿਆ ਬੈਠਣਾ ਹੈ, ਉਹਨਾਂ ਚਿਰ ਇੱਦਾਂ ਤਾਬਿਆ ਬੈਠਣਾ ਹੈ ਵੀ ਸਰੀਰ ਜਿਹੜਾ ਨਾ ਚੰਚਲ ਨਹੀਂ ਹੋਣਾ ਚਾਹੀਦਾ, ਭੱਜਦਾ ਫਿਰਦਾ ਨਹੀਂ ਸਰੀਰ ਹੋਣਾ ਚਾਹੀਦਾ ਵੀ ਅਜੇ 15 ਮਿੰਟ ਹੋਏ ਨਹੀਂ ਤੇ ਲੱਤ ਇੱਧਰ ਨੂੰ ਕੱਢ ਲਓ, ਲੱਤ ਉੱਧਰ ਨੂੰ ਕੱਢ ਲਓ, ਨਹੀਂ ਬੈਠਾ ਜਾਂਦਾ। ਮੈਂ ਇਸ ਕਰਕੇ ਕਹਿ ਰਿਹਾ, ਪ੍ਰੈਕਟਿਸ ਨਹੀਂ ਕਰਾਂਗੇ ਤੇ ਇਹ ਨਹੀਂ ਹੋਵੇਗਾ, ਪ੍ਰੈਕਟਿਸ ਕਰਾਂਗੇ ਤੇ ਹੋ ਜਾਵੇਗਾ। ਉਹ ਵੀ ਤੇ ਹੈ ਨੇ ਨਾ, ਜੇ ਸਮਾਂ ਬਣਿਆ ਤੇ ਅਸੀਂ ਗੱਲ ਕਰਾਂਗੇ। ਜਿਹੜੇ ਇੱਕੋ ਹੀ ਚੌਕੜੇ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਾਠ ਕਰ ਜਾਂਦੇ ਨੇ, ਉਹ ਵੀ ਤੇ ਸਿੱਖ ਹੀ ਸੀ। ਪ੍ਰੈਕਟਿਸ ਕਰਾਂਗੇ ਤੇ ਹੋ ਜਾਵੇਗਾ ਸਾਰਾ ਕੁਝ। ਤੇ 15 ਮਿੰਟ ਬੈਠਦਿਆਂ ਤੇ ਵੇਖੋ 4 ਵਾਰ ਲੱਤਾਂ ਇੱਧਰ ਨੂੰ ਤੇ 4 ਵਾਰ ਲੱਤਾਂ ਉੱਧਰ ਨੂੰ। ਗਾਤ ਕੋ ਅਲੋਲ ਸੂਦ ਏਕ ਚਾਲ ਲੀਜੀਏ। ਆਪਣੇ ਸਰੀਰ ਨੂੰ ਸਾਧੋ। ਫਿਰ ਨਾਲ ਉਹਨਾਂ ਨੇ ਕੀ ਕਿਹਾ, ਚੀਤ ਕੋ ਨਿਰੋਧ ਕੈ ਪ੍ਰਬੋਧ ਕੈ ਪ੍ਰਕਾਸ਼ ਪ੍ਰੇਮ। ਆਪਣੇ ਚਿੱਤ ਦੀਆਂ ਬਿਰਤੀਆਂ ਨੂੰ ਰੋਕੋ। ਇਹ ਨਹੀਂ ਵੀ ਪਾਠ ਅੱਖਾਂ ਚੱਲਦੀਆਂ ਪਈਆਂ ਹੋਣ ਤੇ ਚਿੱਤ ਕਿਸੇ ਹੋਰ ਪਾਸੇ ਦੌੜਿਆ ਹੋਵੇ। ਤੇ ਫਿਰ ਨਾਲ ਕੀ ਹੈ, ਗਾਦੀ ਨਾ ਵਿਛਾਏ ਨਾ ਪ੍ਰਿਅੰਕ ਹਾਥ ਦੀਜੀਏ। ਇਹ ਸਭ ਤੋਂ ਖਾਸ ਕਰਕੇ ਇੱਥੋਂ ਦੀ ਸੰਗਤ ਦੇ ਵਿੱਚ ਜਿਹੜਾ ਮੈਂ ਇਹ ਪੁਆਇੰਟ ਵੇਖਿਆ ਹੈ। ਦੇਖੋ ਜੀ, ਮੈਂ ਦੱਸਣ ਵਾਲਾ ਹਾਂ, ਇਹਨੂੰ ਇਹ ਨਾ ਮਨਾਇਓ ਵੀ ਮੈਂ ਲੋਕਾਂ ਦੇ ਵੱਲ ਧਿਆਨ ਰੱਖਦਾ ਹਾਂ, ਪਰ ਜਿੱਥੇ ਗੱਲ ਹੈ ਉੱਥੇ ਤੇ ਵੇਖਣਾ ਪੈਂਦਾ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਤਾਬਿਆ ਬੈਠ ਕੇ ਜਿਹੜਾ ਬੰਦਾ ਪਾਠ ਕਰਦਾ ਹੁੰਦਾ ਹੈ, ਸੰਗਤ ਵਿੱਚੋਂ ਹੋਵੇ, ਸਾਡੇ ਵਿੱਚੋਂ ਹੋਵੇ, ਪਾਠੀ ਸਿੰਘ ਦੇ ਵਿੱਚੋਂ ਹੋਵੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪੀੜੇ ਦੇ ਉੱਤੇ ਆਪਣੀਆਂ ਕੂਣੀਆਂ ਨਹੀਂ ਰੱਖਣੀਆਂ ਹੁੰਦੀਆਂ। ਉਹ ਇੰਨੇ ਕੁ ਡਿਸਟੈਂਸ 'ਤੇ ਬੈਠਾ ਹੋਣਾ ਚਾਹੀਦਾ ਹੈ ਵੀ ਉਹਦੀ ਪਹਿਲੀ ਗੱਲ ਤੇ ਕੂਣੀ ਉੱਥੇ ਪਹੁੰਚੇ ਹੀ ਨਾ, ਕਿਉਂਕਿ ਇੰਨੇ ਮੋਟੇ ਅੱਖਰ ਤੇ ਹੈ ਨੇ ਵੀ ਜੇ ਥੋੜ੍ਹਾ ਜਿਹਾ ਧਿਆਨ ਲਾਵੇਗਾ ਤੇ ਉਹਨੂੰ ਦਿਸ ਪੈਣਗੇ ਵੀ ਕੀ ਲਿਖਿਆ ਪਿਆ ਹੈ। ਪਾਠੀ ਸਿੰਘ ਤੇ ਖਾਸ ਕਰਕੇ ਵੇਖ ਲੈਂਦੇ ਨੇ, ਕਿਉਂਕਿ ਅਭਿਆਸ ਹੋਇਆ ਹੁੰਦਾ ਹੈ ਪਾਠ ਦਾ। ਪਹਿਲੀ ਗੱਲ ਤੇ ਸਾਡੇ ਪੁਰਾਣੇ ਸਿੰਘ ਤੇ ਹੋਣ ਵਾਲੇ ਸਿੰਘ ਵੀ ਉਹ ਕਹਿੰਦੇ ਨੇ ਵੀ ਤੁਹਾਡਾ ਲੱਕ ਨੀਵਾਂ ਨਹੀਂ ਹੋਣਾ ਚਾਹੀਦਾ। ਪਾਠ ਕਰਦਿਆਂ ਲੱਕ ਨੀਵਾਂ ਹੋਵੇਗਾ, ਤੁਸੀਂ ਆਪਣੇ ਆਪ ਹੀ ਕੂਣੀਆਂ ਰੱਖ ਦੇਵੋਗੇ। ਲੱਕ ਸਿੱਧਾ ਹੋਵੇਗਾ, ਕੂਣੀ ਰੱਖੀ ਨਹੀਂ ਜਾਵੇਗੀ। ਇਹ ਵੇਖ ਲੈਣਾ ਪ੍ਰੈਕਟੀਕਲ ਕਰਕੇ। ਗਾਦੀ ਨਾ ਵਿਛਾਏ। ਇੱਕ ਤੇ ਸੰਗਤ ਦੇ ਵਿੱਚ ਬੈਠਣ ਵਾਲਾ ਆਪਣੀਆਂ ਵੱਖਰੀਆਂ ਨਾ ਗੱਦੀਆਂ ਲਾ ਕੇ ਬੈਠਾ ਹੋਵੇ ਵੀ ਮੇਰੇ ਕੋਲ ਬੈਠਾ ਨਹੀਂ ਜਾਂਦਾ ਜੀ, ਇੱਦਾਂ ਨਹੀਂ। ਜਿਹੜੀ ਵਿਛਾਈ ਵਿਛ ਗਈ ਆ ਉਸੇ ਵਿਛਾਈ 'ਤੇ ਬੈਠਣ ਦੀ ਕੋਸ਼ਿਸ਼ ਕਰੇ। ਇਹ ਆਦਤ ਹੋਣੀ ਚਾਹੀਦੀ ਹੈ। ਗਾਦੀ ਨਾ, ਤਾਬਿਆ ਦੇ ਉੱਤੇ ਵੀ ਜਦੋਂ ਜਿਹੜੀ ਵਿਛਾਈ ਵਿਛ ਗਈ ਆ ਨਾ ਪਾਠੀ ਸਿੰਘ ਲਈ, ਉਸੇ ਵਿਛਾਈ ਦੇ ਉੱਤੇ ਬੈਠਣਾ ਹੈ ਉਹਨੇ, ਵੱਖਰਾ ਕੁਝ ਨਹੀਂ ਕਰਨਾ ਹੁੰਦਾ। ਗਾਦੀ ਨਾ ਵਿਛਾਏ ਨਾ ਪ੍ਰਿਅੰਕ ਹੱਥ ਦੀਜੀਏ। ਪ੍ਰਿਅੰਕ ਦਾ ਮਤਲਬ ਹੈ ਮੰਜਾ। ਮੰਜੇ ਦੇ ਉੱਤੇ, ਪੀੜੇ ਦੇ ਉੱਤੇ ਹੱਥ ਨਹੀਂ ਰੱਖਣਾ ਹੁੰਦਾ। ਈਵਨ ਕਿ ਜਿਹੜੇ ਸਾਡੇ ਚੰਗੇ ਪਾਠੀ ਸਿੰਘ ਨੇ ਜਿਨ੍ਹਾਂ ਦੇ ਕੋਲ ਸਾਨੂੰ ਰਹਿਣ ਦਾ ਮੌਕਾ ਮਿਲਿਆ ਹੈ, ਉਹ ਪਤਾ ਕੀ ਕਹਿੰਦੇ ਨੇ, ਤੁਹਾਡੀ ਉਂਗਲ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੱਖਰਾਂ ਦੇ ਉੱਤੇ ਨਹੀਂ ਚੱਲਣੀ ਚਾਹੀਦੀ। ਤੁਹਾਡੀ ਨਿਗਾਹ ਹੀ ਇੰਨੀ ਤੇਜ਼ ਹੋਣੀ ਚਾਹੀਦੀ ਹੈ ਵੀ ਤੁਹਾਡੀ ਨਿਗਾਹ ਨਹੀਂ ਘੁੰਮਣੀ ਚਾਹੀਦੀ। ਹੋ ਸਕਦਾ ਹੈ ਮੈਂ ਜਿਹੜੀ ਪਿੱਛੇ ਬੇਨਤੀ ਕੀਤੀ ਹੈ ਨਾ, ਸਾਨੂੰ ਲੱਗੇ ਜੀ ਸਾਨੂੰ ਪਾਠ ਭੁੱਲ ਜਾਂਦਾ ਹੈ, ਸਾਨੂੰ ਪਤਾ ਨਹੀਂ ਲੱਗਦਾ। ਇਹ ਪ੍ਰੈਕਟਿਸ ਦੀ ਘਾਟ ਹੈ। ਪ੍ਰੈਕਟਿਸ ਕਰ ਲਵਾਂਗੇ ਨਾ, ਹੌਲੀ ਹੌਲੀ ਇੱਦਾਂ ਦੀ ਪ੍ਰੈਕਟਿਸ ਹੋ ਜਾਵੇਗੀ ਵੀ ਸਾਨੂੰ ਦੱਸਣਾ ਵੀ ਨਹੀਂ ਪਵੇਗਾ। ਸਾਨੂੰ ਕੋਈ ਇੱਦਾਂ ਹੀ ਬੋਲ ਦੇਵੇਗਾ ਨਾ ਵੀ ਇੱਥੇ ਪਾਠ ਹੈ, ਅਸੀਂ ਆਪਣੇ ਆਪ ਹੀ ਪਹੁੰਚ ਜਾਵਾਂਗੇ। ਜਦੋਂ ਤੁਸੀਂ ਉਹਦੀ ਤਾਬਿਆ ਦੇ ਵਿੱਚ ਬੈਠਣਾ ਹੈ ਤੇ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ। ਬਖਸ਼ ਲਵੇ ਸਤਿਗੁਰੂ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਤਾਬਿਆ ਬੈਠੇ ਬੰਦੇ ਨੂੰ ਖਾਂਸੀ ਨਹੀਂ ਆਉਣੀ ਚਾਹੀਦੀ। ਮੈਂ ਨਹੀਂ ਕਹਿੰਦਾ, ਅਸੀਂ ਬੈਠਦੇ ਹਾਂ, ਕਿਸੇ ਵੇਲੇ ਹੋ ਜਾਂਦਾ ਹੈ,
ਪਰ ਇਹ ਨਹੀਂ ਵੀ ਪਤਾ ਹੈ ਵੀ ਮੈਨੂੰ ਆ ਰਹੀ ਹੈ ਤਾਂ ਮੈਂ ਆ ਕੇ ਤਾਬਿਆ ਬਹਿ ਕੇ ਪਾਠ ਕਰਨ ਲੱਗ ਪਿਆ। ਫਿਰ ਖਾਂਸੀ ਕਰੇਗਾ, ਮੂੰਹ ਦੇ ਵਿੱਚੋਂ ਥੁੱਕ ਡਿੱਗੇਗਾ ਅਤੇ ਉਹ ਬੇਅਦਬੀ ਹੋਵੇਗੀ ਮਹਾਰਾਜ ਦੀ। ਅਦਬ ਕਰਦਿਆਂ ਕਰਦਿਆਂ ਬੇਅਦਬੀ ਹੋ ਗਈ। ਉੱਥੇ ਬੈਠੇ ਨੂੰ ਗੁੱਸਾ ਵੀ ਨਹੀਂ ਆਉਣਾ ਚਾਹੀਦਾ। ਖਾਂਸੀ, ਕ੍ਰੋਧ, ਵਾਰਤਾ, ਗੱਲਬਾਤ ਵੀ ਨਹੀਂ ਕਰਨੀ। ਤਾਬਿਆ ਬੈਠੇ ਨੇ, ਮੈਂ ਅਕਸਰ ਕਹਿੰਦਾ ਹੁੰਦਾ, ਤੁਸੀਂ ਸਾਨੂੰ ਤਾਂ ਕਈ ਵਾਰ ਵੇਖਦੇ ਜੇ, ਮਹਾਰਾਜ ਦੇ ਕੋਲੋਂ ਮਾफ़ੀ ਮੰਗ ਕੇ ਕਹਿੰਦਾ, ਬਹੁਤ ਇੰਪੋਰਟੈਂਟ ਗੱਲ ਹੋਵੇ ਟੂ ਦੀ ਪੁਆਇੰਟ ਕਰਕੇ ਤੇ ਪਰੇ ਹੋ ਜਾਵੋ। ਉੱਥੇ ਲੰਮੇ ਮਸਲੇ ਨਹੀਂ ਚੱਲਣੇ ਚਾਹੀਦੇ। ਅਤੇ ਦੂਜਾ ਪਾਸਾ ਸੰਗਤ ਦੇ ਵਿੱਚ ਵੀ ਵੈਸੇ ਇਹੋ ਹੀ ਹੋਣਾ ਚਾਹੀਦਾ ਹੈ, ਐਡੀ ਲੰਮੀ ਵਾਰਤਾ ਨਾ ਚੱਲੇ। ਅਸੀਂ ਕਿਤੇ ਵੀ ਤਾਬਿਆ ਬੈਠੇ ਹਾਂ, ਕਈਆਂ ਦਾ ਤਾਂ ਮੈਂ ਇੱਦਾਂ ਵੇਖਦਾ ਹੁੰਦਾ ਵੀ ਉਹਨਾਂ ਨੇ ਅੱਗੇ ਪ੍ਰਕਾਸ਼ ਕੀਤਾ ਹੁੰਦਾ ਮਹਾਰਾਜ, ਤੇ ਪਿੱਛੇ ਗੱਲਾਂ ਚੱਲਦੀਆਂ ਪਈਆਂ ਹੁੰਦੀਆਂ ਨੇ ਸਹਿਜ ਪਾਠ ਦੇ ਵਿੱਚ, ਖਾਸ ਕਰਕੇ ਕਮਰਿਆਂ ਦੇ ਵਿੱਚ ਜਿਹੜੇ ਚੱਲਦੇ ਨੇ। ਇੱਦਾਂ ਨਹੀਂ। ਖਾਂਸੀ, ਕ੍ਰੋਧ, ਵਾਰਤਾ, ਜੰਭਾਈ ਔਰ ਡਕਾਰ, ਸ਼ੀਖ, ਉਬਾਸੀਆਂ ਨਹੀਂ ਮਾਰਨੀਆਂ ਤਾਬਿਆ ਬੈਠ ਕੇ। ਉਬਾਸੀਆਂ ਕਦੋਂ ਆਉਂਦੀਆਂ ਨੇ? ਸਾਨੂੰ ਸਮਝ ਨਹੀਂ ਲੱਗਦੀ ਪਈ ਵੀ ਪੜ੍ਹ ਕੀ ਰਹੇ ਹਾਂ, ਉਬਾਸੀ ਆ ਗਈ। ਸਾਨੂੰ ਪਤਾ ਨਹੀਂ ਵੀ ਸੁਣ ਕੀ ਰਹੇ ਹਾਂ, ਉਬਾਸੀ ਆ ਗਈ। ਇੱਦਾਂ ਹੀ ਆਉਂਦੀ ਹੈ। ਤਾਬਿਆ ਬੈਠ ਕੇ ਬੰਦਾ ਉਬਾਸੀਆਂ ਮਾਰਦਾ ਪਿਆ ਹੈ, ਪਾਠ ਕਰਦਾ ਬੰਦਾ ਉਬਾਸੀਆਂ ਮਾਰਦਾ ਪਿਆ ਹੈ। ਸੁਣਨ ਵਾਲੇ ਦਾ ਤਾਂ ਚਲੋ ਮੈਂ ਸਮਝ ਸਕਦਾ ਹਾਂ, ਜਿਹਨੂੰ ਪਾਠ ਕਰਦੇ ਨੂੰ ਉਬਾਸੀਆਂ ਆ ਰਹੀਆਂ ਨੇ, ਉਹ ਕਿੰਨੇ ਕੁ ਧਿਆਨ ਨਾਲ ਪਾਠ ਕਰਦਾ ਪਿਆ ਹੋਵੇਗਾ। ਜੰਭਾਈ ਦਾ ਮਤਲਬ ਹੁੰਦਾ ਹੈ ਉਬਾਸੀ। ਖਾਂਸੀ, ਕ੍ਰੋਧ, ਵਾਰਤਾ, ਜੰਭਾਈ ਔਰ ਡਕਾਰ, ਸ਼ੀਖ, ਆਪਣੇ ਬੋਡੀ ਦੇ ਉੱਤੇ, ਅੰਦਰ ਦੇ ਉੱਤੇ ਇੰਨਾ ਕੰਟਰੋਲ ਹੋਣਾ ਚਾਹੀਦਾ ਹੈ ਵੀ ਇਹ ਨਹੀਂ ਵੀ ਕਈਆਂ ਨੂੰ ਵਾਰ-ਵਾਰ ਹੁੰਦਾ ਨਾ ਵੀ ਡਕਾਰ ਆਈ ਜਾਂਦੇ ਨੇ ਕਿਉਂਕਿ ਅੰਦਰ ਹਾਜ਼ਮਾ ਖਰਾਬ ਹੋਇਆ ਪਿਆ ਹੈ। ਉਦੋਂ ਨਾ ਬੈਠੋ ਤਾਬਿਆ, ਕੰਟਰੋਲ ਕਰਕੇ ਬੈਠੋ। ਇਹ ਬੈਠਣ ਦੇ ਨਿਯਮ ਨੇ। ਬੈਠ ਕੋਈ ਵੀ ਸਕਦਾ ਹੈ, ਪਰ ਬੈਠਣਾ ਕਿੱਦਾਂ ਹੈ। ਫਿਰ ਹਾਸੀ, ਸੀਂਡ, ਮੰਦ ਪਾਉਣ, ਥੂਕ ਨਾ ਕਰੀਦੀਆ। ਜ਼ੁਕਾਮ ਹੋਇਆ ਹੈ, ਤਾਬਿਆ ਨਹੀਂ ਬੈਠਣਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ, ਕਿਉਂਕਿ ਸਾਨੂੰ ਪਤਾ ਜ਼ੁਕਾਮ ਹੋਵੇਗਾ ਅਤੇ ਵਾਰ-ਵਾਰ ਨੱਕ ਦੇ ਵਿੱਚੋਂ ਗੰਦਗੀ ਨਿਕਲਦੀ ਹੈ ਅਤੇ ਉਹ ਬੰਦਾ ਬੈਠ ਕੇ ਪਾਠ ਹੀ ਨਹੀਂ ਕਰ ਸਕਦਾ। ਅਸੀਂ ਨਹੀਂ ਕਰਦੇ ਹੋਵਾਂਗੇ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ, ਪਰ ਜੋ ਲਿਖਿਆ ਹੈ ਮੈਂ ਉਹ ਆਪ ਜੀ ਦੇ ਅੱਗੇ ਰੱਖਦਾ ਪਿਆ। ਹੱਸਣਾ ਵੀ ਨਹੀਂ ਹੈ ਤਾਬਿਆ ਬੈਠਿਆ। ਤਾਬਿਆ ਬੈਠਾ ਸਿੰਘ ਜਾਂ ਸਿੰਘਣੀ ਇੰਨੇ ਗੰਭੀਰ ਹੋਣੇ ਚਾਹੀਦੇ ਨੇ, ਉਹਨੂੰ ਪਤਾ ਹੋਵੇ ਮੈਂ ਬੈਠਾ ਕਿਹਦੇ ਲਾਗੇ ਹਾਂ, ਉਹਨੂੰ ਪਤਾ ਹੋਣਾ ਚਾਹੀਦਾ। ਵੈਸੇ ਤਾਂ ਸੰਗਤ ਦੇ ਨਿਯਮ ਨੇ, ਪਰ ਜਦੋਂ ਤਾਬਿਆ ਬੈਠੇ ਹਾਂ ਅਤੇ ਉਦੋਂ ਇਹ ਨਿਯਮ ਨੇ, ਹਾਸੀ, ਸੀਡ, ਮੰਦ ਪਾਉਣ, ਥੂਕ ਨਾ ਕਰੀਜੀਏ। ਹੁਣ ਤਾਂ ਚਲੋ ਗੁਰਦੁਆਰੇ ਪੱਕੇ ਹੋ ਗਏ ਨੇ ਨਾ, ਅਤੇ ਇਹ ਕੋਈ ਇੱਥੇ ਦਰਬਾਰ ਸਾਹਿਬ ਦੇ ਅੰਦਰ ਇਹੋ ਜਿਹੀ ਹਰਕਤ ਕਰਦਾ ਨਹੀਂ ਹੈ। ਹੋ ਸਕਦਾ ਹੈ ਜਿਸ ਵੇਲੇ ਦੀ ਗੱਲ ਕਵੀ ਨਿਹਾਲ ਸਿੰਘ ਹੁਣਾਂ ਨੇ ਕੀਤੀ ਹੈ, ਕਈਆਂ ਨੂੰ ਆਦਤ ਹੋਵੇ, ਔਰ ਕਈਆਂ ਨੂੰ ਆਦਤ ਹੁੰਦੀ ਹੈ ਮੂੰਹ ਦੇ ਵਿੱਚੋਂ ਥੁੱਕ ਕੱਢਣ ਦੀ ਨਾ, ਉਹ ਕਹਿੰਦੇ ਇਹ ਕੰਮ ਨਹੀਂ ਕਰਨਾ ਤਾਬਿਆ ਬੈਠ ਕੇ। ਕੋਸ਼ਿਸ਼ ਕੰਟਰੋਲ ਹੋਣਾ ਚਾਹੀਦਾ ਹੈ। ਕਿਸੇ ਵੇਲੇ ਵੈਸੇ ਵੀ ਵਾਈ ਹੋ ਜਾਵੇ ਅਤੇ ਬੰਦੇ ਦੇ ਅੰਦਰੋਂ ਥੁੱਕ ਨਿਕਲਣਾ ਸ਼ੁਰੂ ਹੋ ਜਾਂਦਾ ਹੈ, ਉਹਨੂੰ ਕੰਟਰੋਲ ਕਰਕੇ ਬੈਠਣਾ ਚਾਹੀਦਾ ਹੈ। ਫਿਰ ਕੀ ਹੈ? ਸਾਤਕੀ ਸੁਭਾਵ ਸੋਂ ਅਕਾਲ ਸੋਂ ਲਗਾਏ ਧਿਆਨ, ਗ੍ਰੰਥ ਜੂ ਕੋ ਪਾਠ ਪਿਆਰੇ ਐਸੀ ਭਾਂਤ ਕੀਜੀਏ। ਸ਼ਾਂਤ ਸੁਭਾਅ ਦੇ ਨਾਲ, ਟਿਕਾ ਵਾਲੇ ਸੁਭਾਅ ਦੇ ਨਾਲ ਤੁਸੀਂ ਧਿਆਨ ਲਾ ਕੇ ਅਤੇ ਇਸ ਤਰੀਕੇ ਨਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਾਠ ਕਰਨਾ ਹੈ। ਬੈਠ ਕੋਈ ਵੀ ਸਕਦਾ ਹੈ, ਉਹਦਾ ਆਪਣੀ ਰੋਟੀ 'ਤੇ ਕੰਟਰੋਲ ਹੋਵੇ। ਬੈਠ ਕੋਈ ਵੀ ਸਕਦਾ ਹੈ, ਉਹਦਾ ਬੈਠਣ 'ਤੇ ਕੰਟਰੋਲ ਹੋਵੇ, ਉਹਨੂੰ ਵਾਰ-ਵਾਰ ਪਾਸੇ ਮਾਰਨ ਦੀ ਆਦਤ ਨਾ ਹੋਵੇ। ਬੈਠ ਕੋਈ ਵੀ ਸਕਦਾ ਹੈ, ਉਹਨੂੰ ਕੋਈ ਸਰੀਰਕ ਤੌਰ ਦੇ ਉੱਤੇ ਉਸ ਵੇਲੇ ਬਿਮਾਰੀ ਨਾ ਲੱਗੀ ਹੋਵੇ, ਬੁਖਾਰ ਹੋਇਆ ਹੋਵੇ, ਜ਼ੁਕਾਮ ਹੋਇਆ ਹੋਵੇ, ਖਾਂਸੀ ਲੱਗੀ ਹੋਵੇ, ਉਸ ਵੇਲੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਤਾਬਿਆ ਨਹੀਂ ਬੈਠਣਾ। ਇਹ ਨਿਯਮ ਨੇ। ਪਾਠ ਸੁਣ ਸਕਦਾ ਹੈ, ਸੁਣਨਾ ਉਹਦੀ ਮੌਜ ਹੈ।